ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ। ਭਾਗ 16ਵਾਂ। ਪਿੱਛੇ ਤੱਕ ਅਸੀਂ ਇਹ ਪੜ੍ਹ ਆਏ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਪੰਜਾਬ ਦਾ ਹਿੰਦੂ ਅਤੇ ਪੰਜਾਬ ਦੀ ਜਿਹੜੀ ਹਿੰਦੂ ਜਾਂ ਭਾਰਤ ਦੀ ਕਹਿ ਲਓ ਲੀਡਰਸ਼ਿਪ, ਉਸਨੇ ਕਿੱਦਾਂ ਵਿਸ਼ਵਾਸਘਾਤ ਕੀਤਾ ਸਿੱਖਾਂ ਦੇ ਨਾਲ ਅਤੇ ਆਪਣੀ ਸਿੱਖ ਰਾਜਨੀਤੀ ਦੀ ਜਾਂ ਉਹਨਾਂ ਦੇ ਰਾਜਨੀਤੀ ਦੇ ਮੋਢੀਆਂ ਦੀਆਂ ਕੁਝ ਲਾਪਰਵਾਹੀਆਂ ਕਹਿ ਲਈਏ ਜਾਂ ਅਣਗਹਿਲੀਆਂ ਕਹਿ ਲਈਏ, ਅਤੇ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਮਾਤੀ ਉਨੀ ਕੁ ਹੀ ਅਤੇ ਉਹ ਉਸ ਮੁਤਾਬਕ ਵਰਤੇ। ਅੱਗੇ ਪੜ੍ਹਦੇ ਹਾਂ ਜੀ। ਆਦਰਸ਼ ਪ੍ਰੇਰਿਤ ਰਾਜਨੀਤੀ ਅਤੇ ਆਮ ਰਾਜਨੀਤੀ ਵਿੱਚ ਕਿਹੜਾ ਪੱਖ ਪ੍ਰਧਾਨ ਹੁੰਦਾ ਹੈ? ਆਮ ਤੌਰ 'ਤੇ ਆਦਰਸ਼ ਪ੍ਰੇਰਿਤ ਰਾਜਨੀਤੀ ਅੰਦਰ ਖਾਸ ਕਰਕੇ ਇਸ ਦੇ ਜੋਬਨਸ਼ਾਲੀ ਦੌਰ ਵਿੱਚ ਜ਼ਿਆਦਾਤਰ ਲੋਕਾਂ ਦੇ ਰਾਜਸੀ ਵਿਹਾਰ ਦਾ ਪ੍ਰਧਾਨ ਪੱਖ ਉਹਨਾਂ ਦੀ ਨੈਤਿਕ ਵਚਨਬੱਧਤਾ ਹੁੰਦੀ ਹੈ। ਉਹ ਪ੍ਰਾਪਤੀ ਦੀ ਲਾਲਸਾ ਤੋਂ ਪੂਰਨ ਰੂਪ ਵਿੱਚ ਸੁਰਖਰੂ ਨਹੀਂ ਹੁੰਦੇ, ਨਾ ਹੋ ਸਕਦੇ ਹਨ, ਕਿਉਂਕਿ ਉਹ ਰਾਜਨੀਤੀਵਾਨ ਹਨ, ਫਕੀਰ ਨਹੀਂ। ਪਰ ਪ੍ਰਾਪਤੀ ਦੀ ਲਾਲਸਾ ਉਹਨਾਂ ਦੇ ਰਾਜਸੀ ਅਮਲਾਂ ਦਾ ਗੌਣ ਪੱਖ ਹੁੰਦਾ ਹੈ, ਪ੍ਰਧਾਨ ਨਹੀਂ। ਆਦਰਸ਼ ਪ੍ਰੇਰਿਤ ਰਾਜਨੀਤੀ ਦਾ ਇਹ ਅਹਿਮ ਪੱਖ ਹੈ ਜੋ ਉਸ ਨੂੰ ਆਮ ਰਾਜਨੀਤੀ ਨਾਲੋਂ ਨਿਖੇੜਦਾ ਹੈ। ਪਰ ਆਦਰਸ਼ ਪ੍ਰੇਰਿਤ ਰਾਜਨੀਤੀ ਤੇ ਇਸ ਨਾਲ ਜੁੜੇ ਲੋਕ ਦੋਨੋਂ ਹੀ ਕੋਈ ਸਦਾ ਸਥਿਰ ਸ਼ੈਆਂ ਨਹੀਂ ਹਨ। ਇਹਨਾਂ ਉੱਤੇ ਤਬਦੀਲੀ ਦਾ ਸਰਵ ਵਿਆਪਕ ਨਿਯਮ ਬਰਾਬਰ ਲਾਗੂ ਹੁੰਦਾ ਹੈ। ਇਹ ਵੀ ਜੋਬਨ ਤੇ ਬੁਢਾਪੇ ਦਾ ਅਮਲ ਹੰਢਾਉਂਦੇ ਹਨ। ਆਦਰਸ਼ ਪ੍ਰੇਰਿਤ ਰਾਜਨੀਤੀ ਦੀ ਜੋ ਆਭਾ ਇਸ ਦੇ ਜੋਬਨਸ਼ਾਲੀ ਦੌਰ ਵਿੱਚ ਦੇਖਣ ਨੂੰ ਮਿਲਦੀ ਹੈ, ਸਮੇਂ ਨਾਲ ਉਸ ਦਾ ਰੰਗ ਮੱਧਮ ਹੁੰਦਾ ਚਲਾ ਜਾਂਦਾ ਹੈ, ਜੋ ਢਲਦੀ ਉਮਰੇ ਜਾ ਕੇ ਉੱਕਾ ਹੀ ਘਸਮੈਲਾ ਪੈ ਜਾਂਦਾ ਹੈ। ਇਹੋ ਗੱਲ ਵਿਅਕਤੀਆਂ ਤੇ ਲਾਗੂ ਹੁੰਦੀ ਹੈ। ਇੱਕ ਮੌਕੇ ਆਦਰਸ਼ਾਂ ਲਈ ਮਰ ਮਿਟਣ ਵਾਲੇ ਲੋਕ ਹੌਲੀ ਹੌਲੀ ਸਮੇਂ ਦੀ ਘਸਾਈ ਨਾਲ ਨਾ ਸਿਰਫ ਆਮ ਵਿਅਕਤੀਆਂ ਦੀ ਪੱਧਰ 'ਤੇ ਆ ਟਿਕਦੇ ਹਨ, ਸਗੋਂ ਉਹਨਾਂ ਵਿੱਚੋਂ ਕਈ ਤਾਂ ਲੋਭ ਤੇ ਲਾਲਚ ਆਦਿ ਦੇ ਮਾਮਲੇ 'ਚ ਆਮ ਵਿਅਕਤੀਆਂ ਨਾਲੋਂ ਵੀ ਕਿਤੇ ਹੇਠਾਂ ਡਿੱਗਦੇ ਹਨ। ਆਜ਼ਾਦੀ ਤੋਂ ਫੌਰਨ ਬਾਅਦ ਅਕਾਲੀ ਲੀਡਰਸ਼ਿਪ ਦੇ ਵੱਡੇ ਹਿੱਸਿਆਂ ਅੰਦਰ ਕਾਂਗਰਸ ਵਿੱਚ ਰਲਣ ਲਈ ਉੱਡਿਆ ਡੌਂ ਅਕਾਲੀ ਰਾਜਨੀਤੀ ਦੇ ਪਤਨ ਦੀ ਪੂਰਵ ਚੇਤਾਵਨੀ ਸੀ। ਅਕਾਲੀ ਦਲ ਕੋਈ ਸਾਧਾਰਨ ਰਾਜਸੀ ਸੰਗਠਨ ਨਹੀਂ ਸੀ, ਨਾ ਹੀ ਅਕਾਲੀ ਰਾਜਨੀਤੀ ਕੋਈ ਮਨ ਪਰਚਾਵੇ ਦੀ ਖੇਡ ਸੀ। ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਦੇ ਵਧਾਰੇ ਲਈ ਸੰਘਰਸ਼ ਦਾ ਝੰਡਾ ਬੁਲੰਦ ਕਰਨ ਵਾਲੀ ਸਿੱਖਾਂ ਦੀ ਸਿਰਮੌਰ ਕੌਮੀ ਜਥੇਬੰਦੀ ਸੀ, ਜੋ ਖੁਦ ਸੰਘਰਸ਼ ਦੀ ਕੁੱਖ 'ਚੋਂ ਜਨਮੀ ਤੇ ਸੰਘਰਸ਼ ਦੇ ਮੈਦਾਨਾਂ ਵਿੱਚ ਹੀ ਪਲੀ ਤੇ ਪ੍ਰਵਾਨ ਚੜ੍ਹੀ ਸੀ। ਅਕਾਲੀ ਲੀਡਰਸ਼ਿਪ ਦਾ ਜੋ ਪਲੇਠਾ ਪੂਰ ਉੱਭਰ ਕੇ ਅੱਗੇ ਆਇਆ, ਉਸ 'ਚੋਂ ਇੱਕਾ ਦੁੱਕਾ ਵਿਅਕਤੀਆਂ ਨੂੰ ਛੱਡ ਕੇ ਬਾਕੀਦਿਆਂ ਬਾਰੇ ਇਹ ਕਹਿਣਾ ਜਾਂ ਸੋਚਣਾ ਕਿ ਉਹ ਕਿਸੇ ਅਹੁਦੇ, ਦੌਲਤ ਜਾਂ ਸ਼ੋਹਰਤ ਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਹੀ
ਅਕਾਲੀ ਲਹਿਰ ਅੰਦਰ ਸ਼ਾਮਲ ਹੋਏ ਸਨ, ਨਾ ਸਿਰਫ ਉਹਨਾਂ ਨਾਲ ਸ਼ਰੀਹਣ ਬੇਇਨਸਾਫੀ ਹੋਵੇਗੀ, ਸਗੋਂ ਸਮਾਜੀ ਤੇ ਰਾਜਸੀ ਲਹਿਰਾਂ ਦੇ ਵਿਗਿਆਨ ਬਾਰੇ ਵੀ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਨਾ ਹੋਵੇਗਾ। ਇੱਥੇ ਇਸ ਮਾਮਲੇ 'ਚ ਕੁਝ ਮਹੱਤਵਪੂਰਨ ਤੱਥਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਪਹਿਲੀ ਗੱਲ, ਜਿਹੜੇ ਅਕਾਲੀ ਆਗੂ ਹੁਣ ਕਾਂਗਰਸ ਵਿੱਚ ਰਲਣ ਲਈ ਰੱਸੇ ਤੁੜਾ ਰਹੇ ਸਨ, ਉਹਨਾਂ ਚੋਂ ਕਾਫੀ ਅਜਿਹੇ ਸਨ ਜਿਨ੍ਹਾਂ ਨੇ ਚੜ੍ਹਦੀ ਉਮਰੇ ਆਪਣੇ ਚੰਗੇ ਰੁਜ਼ਗਾਰ ਅਤੇ ਸੁੱਖ ਆਰਾਮ ਦੀ ਜ਼ਿੰਦਗੀ ਨੂੰ ਲੱਤ ਮਾਰਦਿਆਂ ਹੋਇਆਂ ਪੰਥਕ ਸੇਵਾ ਨੂੰ ਤਰਜੀਹ ਦੇਣ ਦਾ ਸੁਚੇਤ ਨਿਰਣਾ ਲਿਆ ਸੀ। ਉਦੋਂ ਪੰਥਕ ਸੇਵਾ ਦਾ ਜਜ਼ਬਾ ਉਹਨਾਂ ਦੇ ਜੀਵਨ ਅਮਲ ਦਾ ਪ੍ਰਧਾਨ ਪੱਖ ਸੀ। ਇੱਕ ਤਾਂ ਸਮਾਂ ਪੈਣ ਨਾਲ ਉਹਨਾਂ ਦਾ ਇਹ ਜਜ਼ਬਾ ਕੁਮਲਾਉਣਾ ਸ਼ੁਰੂ ਹੋ ਗਿਆ ਸੀ, ਜਿਸ ਵਿੱਚ ਅਕਾਲੀ ਲੀਡਰਸ਼ਿਪ ਵੱਲੋਂ ਅਪਣਾਈ ਵਿਚਾਰਧਾਰਕ ਸੇਧ ਦਾ ਵੀ ਅਹਿਮ ਰੋਲ ਸੀ। ਦੂਜਾ, ਆਜ਼ਾਦੀ ਤੋਂ ਬਾਅਦ ਜਿਉਂ ਹੀ ਕਾਂਗਰਸ ਇੱਕ ਹੁਕਮਰਾਨ ਤਾਕਤ ਬਣ ਗਈ ਤਾਂ ਅਕਾਲੀ ਲੀਡਰਸ਼ਿਪ ਦੀਆਂ ਕੁਝ ਸਫ਼ਾਂ ਅੰਦਰ ਰਾਜ ਭਾਗ ਤੇ ਕਾਬਜ ਹੋਣ ਦੀ ਭੁੱਖ ਇੱਕਦਮ ਚਮਕ ਉੱਠੀ। ਅਕਾਲੀ ਰਾਜਨੀਤੀ ਅੰਦਰਲੀ ਨੈਸ਼ਨਲਿਸਟ ਧਾਰਾ ਦੀ ਕਾਂਗਰਸ ਨਾਲ ਵਿਚਾਰਧਾਰਕ ਸਾਂਝ ਅਤੇ ਨੇੜਤਾ ਇਸ ਰੁਚੀ ਨੂੰ ਖਾਦ ਖੁਰਾਕ ਮੁਹੱਈਆ ਕਰਦੀ ਸੀ। ਤੀਜਾ, ਕਾਂਗਰਸੀ ਲੀਡਰਸ਼ਿਪ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਨੀਤ ਨਾਲ ਪੰਥਕ ਜਥੇਬੰਦੀ ਨੂੰ ਖੇਰੂ ਕਰਨ ਲਈ ਵਿਉਂਤਬੱਧ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਸੀ। ਇਹਨਾਂ ਸਾਰੇ ਕਾਰਨਾਂ ਦੇ ਰਲਵੇਂ ਅਸਰ ਕਰਕੇ ਇਹ ਰੁਚੀ ਇੰਨਾ ਜ਼ੋਰ ਫੜ ਗਈ ਕਿ ਇਸ ਨੂੰ ਠੱਲ ਪਾ ਸਕਣੀ ਨਾਮੁਮਕਿਨ ਹੋ ਗਈ। ਕਾਂਗਰਸ ਵਿੱਚ ਸ਼ਾਮਲ ਹੋਣ ਦਾ ਝੁਕਾਅ ਰੱਖਣ ਵਾਲੇ ਵਿਅਕਤੀਆਂ ਨੇ ਆਪਣੇ ਰਾਜਸੀ ਕੈਰੀਅਰਾਂ ਦੀ ਨਵੀਂ ਦਿਸ਼ਾ ਸਪਸ਼ਟ ਰੂਪ 'ਚ ਤੈਅ ਕਰਨ ਲਈ ਹੁਣ ਉਹਨਾਂ ਦੇ ਰਾਜਸੀ ਜੀਵਨ ਅੰਦਰ ਪੰਥਕ ਸੇਵਾ ਦਾ ਜਜ਼ਬਾ ਗੌਣ ਪੱਖ 'ਚ ਹੀ ਤਬਦੀਲ ਨਹੀਂ ਸੀ ਹੋ ਗਿਆ, ਸਗੋਂ ਕੁਝ ਮਾਮਲਿਆਂ ਵਿੱਚ ਇਹ ਨਾ ਦੇ ਬਰਾਬਰ ਹੋ ਗਿਆ ਸੀ। ਹੁਣ ਉਹਨਾਂ ਦਾ ਇੱਕਮਾਤਰ ਉਦੇਸ਼ ਕਾਂਗਰਸ ਦੀ ਪੀਂਘ ਉੱਤੇ ਚੜ੍ਹ ਕੇ ਹਕੂਮਤੀ ਤਾਕਤ ਦੇ ਹੁਲਾਰੇ ਲੈਣਾ ਰਹਿ ਗਿਆ ਸੀ। ਉਹ ਰਾਜਸੀ ਨਿਘਾਰ ਦੀ ਜਿਸ ਪਟੜੀ ਉੱਤੇ ਜਾ ਚੜ੍ਹੇ ਸਨ, ਉਹਨਾਂ 'ਚੋਂ ਉਹਨਾਂ ਦੀ ਹੋਣੀ ਤੇ ਰੋਲ ਨਿਸ਼ਚਿਤ ਹੋ ਚੁੱਕਾ ਸੀ। ਇਹ ਕੋਈ ਸਾਧਾਰਨ ਦਲ ਬਦਲੀ ਦਾ ਮਾਮਲਾ ਨਹੀਂ ਸੀ। ਕਾਂਗਰਸੀ ਹਾਕਮਾਂ ਵੱਲੋਂ ਸਿੱਖ ਭਾਈਚਾਰੇ ਪ੍ਰਤੀ ਧਾਰਨ ਕੀਤੇ ਸਮੁੱਚੇ ਰਵੱਈਏ ਅਤੇ ਸਿੱਖ ਪੰਥ ਦੁਆਰਾ ਆਪਾ ਬਚਾਓ ਲਈ ਲੜਨੀ ਪੈ ਰਹੀ ਜੋਖਮ ਭਰੀ ਲੜਾਈ ਨੂੰ ਦੇਖਦਿਆਂ ਹੋਇਆਂ ਇਹ ਆਪਣੇ ਭਾਈਚਾਰੇ ਨਾਲ ਧਰੋ ਤੇ ਦੁਸ਼ਮਣੀ ਪਗਾਉਣ ਦਾ ਮਾਮਲਾ ਸੀ। ਅਜਿਹੇ ਮਾਮਲਿਆਂ ਵਿੱਚ ਘੱਟ ਗਿਣਤੀ ਵਰਗ ਦੁਬੇਲ ਧਿਰ ਨਾਲ ਦਗਾ ਕਮਾ ਕੇ ਬਹੁ ਗਿਣਤੀ ਵਰਗ ਗਾਲਬ ਧਿਰ ਦੀ ਸੇਵਾ 'ਚ ਹਾਜ਼ਰ ਹੋਣ ਵਾਲੇ ਅਨਸਰਾਂ ਦਾ ਆਪਣੀ ਖਸਮ ਧਿਰ ਨਾਲ ਸਾਧਾਰਨ ਵਫਾਦਾਰੀ ਪ੍ਰਗਟਾ ਕੇ ਗੁਜ਼ਾਰਾ ਨਹੀਂ ਹੁੰਦਾ। ਖਸਮ ਧਿਰ ਦਾ ਵਿਸ਼ਵਾਸ ਜਿੱਤਣ ਲਈ ਉਹਨਾਂ ਨੂੰ ਦੂਣੀ ਚੌਣੀ ਵਫਾਦਾਰੀ ਦਿਖਾਉਣੀ ਪੈਂਦੀ ਹੈ। ਕਾਂਗਰਸੀ ਹਾਕਮਾਂ ਦਾ ਭਰੋਸਾ ਜਿੱਤਣ ਵਾਸਤੇ ਕਾਂਗਰਸੀ ਸਿੱਖਾਂ ਲਈ ਆਮ ਕਾਂਗਰਸੀਆਂ ਨਾਲੋਂ 2 ਗੁਣਾ ਵੱਧ ਕਾਂਗਰਸੀ ਬਣ ਕੇ ਦਿਖਾਉਣਾ ਜ਼ਰੂਰੀ ਬਣ ਗਿਆ ਸੀ। ਇਹ ਸੀ ਉਹ ਅਮਲ ਜਿਸ ਵਿੱਚੋਂ ਪ੍ਰਤਾਪ ਸਿੰਘ ਕੈਰੋਂ, ਗੁਰਦਿਆਲ ਸਿੰਘ ਢਿੱਲੋਂ, ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਤੇ ਬੇਅੰਤ ਸਿੰਘ ਵਰਗੇ ਪੰਥ ਦੋਖੀ ਜੀਵ ਪੈਦਾ ਹੋਏ, ਜਿਨ੍ਹਾਂ ਉੱਤੇ ਹਿਟਲਰ ਦਾ ਇਹ ਕਥਨ ਪੂਰਾ ਢੁਕਦਾ ਹੈ ਕਿ ਜੇਕਰ ਗਾਲਬ ਧਿਰ ਗੁਲਾਮ ਕੌਮਾਂ 'ਚੋਂ ਹੀ ਅਜਿਹੇ ਚਿੱਤਰਹੀਣ ਅਨਸਰ ਲੱਭ ਕੇ ਉਹਨਾਂ ਨੂੰ ਦਰੋਗੇ ਦਾ ਰੋਲ ਸੌਂਪ ਦੇਵੇ ਤਾਂ ਉਹ ਆਪਣੀ ਹੀ ਕੌਮ ਉੱਤੇ ਕਿਸੇ ਵੀ ਹੋਰ ਓਪਰੇ ਹਿੰਸਿਆਰੇ ਨਾਲੋਂ ਕਿਤੇ ਵੱਧ ਨਿਰਦਈਪੁਣੇ ਨਾਲ ਚਾਬਕ ਮਾਰਦੇ ਹਨ। ਹਿਟਲਰ ਮੁਤਾਬਕ ਗਾਲਬ ਕੌਮਾਂ ਨੂੰ ਇਹ ਤਜਰਬਾ ਬੜਾ ਹੀ ਰਾਸ ਆਉਂਦਾ ਹੈ। ਮਾਸਟਰ ਤਾਰਾ ਸਿੰਘ ਅਕਾਲੀ ਮੈਂਬਰਾਂ ਦੇ ਕਾਂਗਰਸ ਵਿੱਚ ਰਲੇਵੇਂ ਦੇ ਫੈਸਲੇ ਨਾਲ ਦਿਲੋਂ ਸਹਿਮਤ ਨਹੀਂ ਸਨ, ਪਰ ਹਾਲਤ ਦੇ ਦਬਾਅ ਹੇਠ
ਉਸਨੇ ਇਸ ਦਾ ਖੁੱਲ੍ਹਾ ਵਿਰੋਧ ਨਾ ਕੀਤਾ। ਇੱਥੇ ਫਿਰ ਉਸ ਨੂੰ ਆਪਣੇ ਹੀ ਅੰਤਰ ਵਿਰੋਧਾਂ ਨਾਲ ਜੂਝਣਾ ਪੈ ਰਿਹਾ ਸੀ। ਭਾਵਨਾਵਾਂ ਦੀ ਪੱਧਰ ਤੇ ਉਸ ਨੂੰ ਕਾਂਗਰਸ ਪਾਰਟੀ ਅਤੇ ਹਿੰਦੂ ਵਰਗ ਦੀ ਸਿੱਖ ਦੁਸ਼ਮਣ ਸੋਚ ਤੇ ਵਤੀਰੇ ਤੋਂ ਡਾਢੀ ਔਖ ਹੋ ਰਹੀ ਸੀ। ਉਸ ਅੰਦਰ ਲੜਾਈ ਦਾ ਜੋਸ਼ ਤੇ ਜਜ਼ਬਾ ਜਿਉਂ ਦਾ ਤਿਉਂ ਬਰਕਰਾਰ ਸੀ, ਪਰ ਉਹ ਜਿਸ ਸਿਧਾਂਤਕ ਪੈਂਤੜੇ ਤੋਂ ਖੜ ਕੇ ਲੜਾਈ ਦੇ ਰਿਹਾ ਜਾਂ ਦੇਣੀ ਚਾਹੁੰਦਾ ਸੀ, ਉਹ ਸਵੈ ਪਛਾੜਕਾਰੀ ਸੀ। ਵਜ੍ਹਾ ਇਹ ਕਿ ਬਾਕੀ ਦੀ ਨੈਸ਼ਨਲਿਸਟ ਸਿੱਖ ਲੀਡਰਸ਼ਿਪ ਵਾਂਗ ਬੁਨਿਆਦੀ ਸਿਧਾਂਤਕ ਮਸਲਿਆਂ ਤੇ ਮਾਸਟਰ ਤਾਰਾ ਸਿੰਘ ਦੀ ਸਮਝ ਵੀ ਜਾਂ ਤਾਂ ਅਸਪਸ਼ਟ ਤੇ ਜਾਂ ਗਲਤ ਸੀ। ਸਿਰਲੇਖ ਹਿੰਦੂ ਹਾਕਮਾਂ ਦਾ ਸਿਧਾਂਤਕ ਤ੍ਰਿਸ਼ੂਲ। ਆਜ਼ਾਦੀ ਤੋਂ ਬਾਅਦ ਕਾਂਗਰਸੀ ਆਗੂ ਵਿਧਾਨ ਸਾਜ ਅਸੈਂਬਲੀ ਅੰਦਰ ਅਤੇ ਉਸ ਤੋਂ ਬਾਹਰ ਅਕਾਲੀ ਲੀਡਰਸ਼ਿਪ ਵਿਰੁੱਧ, ਅਸਲ ਵਿੱਚ ਸਿੱਖ ਕੌਮ ਵਿਰੁੱਧ ਆਪਣੀ ਮੁਤੱਸਬੀ ਜੰਗ ਅੰਦਰ ਤਿੰਨ ਸਿਧਾਂਤਕ ਮੁੱਦਿਆਂ ਦੀ ਕਪਟੀ ਹਥਿਆਰਾਂ ਵਜੋਂ ਵਰਤੋਂ ਕਰ ਰਹੇ ਸਨ। ਇੱਕ ਧਰਮ ਨਿਰਪੱਖਤਾ ਦਾ ਸਿਧਾਂਤ, ਦੂਜਾ ਭਾਰਤੀ ਕੌਮ ਦੀ ਸਿਰਜਣਾ, ਤੀਜਾ ਦੇਸ਼ ਦੀ ਏਕਤਾ ਤੇ ਸੁਰੱਖਿਆ। ਇਹਨਾਂ ਤਿੰਨਾਂ ਹੀ ਮੁੱਦਿਆਂ ਤੇ ਅਕਾਲੀ ਲੀਡਰਸ਼ਿਪ ਅਸਲੋਂ ਹੀ ਢਾਲਵੀਂ ਜ਼ਮੀਨ ਤੇ ਖਲੋਤੀ ਹੋਈ ਸੀ। ਕਾਂਗਰਸੀ ਹਾਕਮਾਂ ਨੂੰ ਜਦੋਂ ਠੀਕ ਲੱਗਦਾ ਸੀ, ਉਹ ਉਦੋਂ ਹੀ ਅਕਾਲੀ ਆਗੂਆਂ ਨੂੰ ਫਿਰਕੂ ਗਰਦਾਨ ਕੇ ਉਹਨਾਂ ਨੂੰ ਧਰਮ ਨਿਰਪੱਖਤਾ ਦੇ ਕੁਤਕੇ ਨਾਲ ਕੁੱਟਣ ਡਹਿ ਪੈਂਦੀ ਸੀ। ਅਕਾਲੀ ਆਗੂਆਂ ਨੇ ਕਿਸੇ ਵੀ ਨੀਤੀ ਪੈਂਤੜੇ ਜਾਂ ਕਰਮ ਨੂੰ ਭਾਰਤੀ ਕੌਮ ਦੀ ਸਿਹਤ ਲਈ ਨੁਕਸਾਨਦੇਹ ਸਾਬਤ ਕਰਨਾ ਕਾਂਗਰਸੀ ਹਾਕਮਾਂ ਲਈ ਖੱਬੇ ਹੱਥ ਦੀ ਖੇਡ ਸੀ। ਅਕਾਲੀ ਆਗੂਆਂ ਦੀ ਕਿਸੇ ਵੀ ਹਰਕਤ ਨੂੰ ਦੇਸ਼ ਦੀ ਏਕਤਾ ਤੇ ਸੁਰੱਖਿਆ ਲਈ ਖਤਰਨਾਕ ਕਰਾਰ ਦੇ ਕੇ ਉਹਨਾਂ ਨੂੰ ਸੌਖ ਨਾਲ ਵਾਹਣੀ ਪਾਇਆ ਜਾ ਸਕਦਾ ਸੀ। ਗੱਲ ਕੀ ਅਕਾਲੀ ਆਗੂ ਆਪਣੀਆਂ ਵਿਰੋਧ ਗ੍ਰਸੀਆਂ ਤੇ ਉਖੜਵੀਆਂ ਸਿਧਾਂਤਕ ਪੋਜੀਸ਼ਨਾਂ ਕਰਕੇ ਇਹਨਾਂ ਤਿੰਨੋਂ ਹੀ ਮੁੱਦਿਆਂ ਉੱਤੇ ਪੱਕੇ ਤੌਰ ਤੇ ਕੁੱਟ ਖਾਣ ਵਾਲੀ ਧਿਰ ਬਣੇ ਹੋਏ ਸਨ। ਭਾਰਤ ਦਾ ਸੰਵਿਧਾਨ ਘੜਨ ਮੌਕੇ ਕਾਂਗਰਸੀ ਆਗੂਆਂ ਨੇ ਸਿੱਖਾਂ ਦੀ ਹਰ ਇੱਕ ਮੰਗ ਨੂੰ ਨਕਾਰਨ ਲਈ ਉਪਰੋਕਤ ਤਿੰਨ ਸਿਧਾਂਤਕ ਪੋਜੀਸ਼ਨਾਂ ਦਾ ਢਾਲ ਅਤੇ ਤਲਵਾਰ ਵਜੋਂ ਇਸਤੇਮਾਲ ਕੀਤਾ। ਸਿੱਖਾਂ ਦੀ ਵੱਖਰੇ ਚੁਣਾਵ ਖੇਤਰਾਂ ਦੀ ਅਤੇ ਰਿਜ਼ਰਵੇਸ਼ਨ ਦੀ ਮੰਗ ਇਹ ਕਹਿ ਕੇ ਠੁਕਰਾ ਦਿੱਤੀ ਗਈ ਕਿ ਇਸ ਨਾਲ ਧਰਮ ਨਿਰਪੱਖਤਾ ਦੀਆਂ ਬੁਨਿਆਦਾਂ ਕਮਜ਼ੋਰ ਹੁੰਦੀਆਂ ਹਨ। ਧਾਰਮਿਕ ਘੱਟ ਗਿਣਤੀ ਦੇ ਪੈਂਤੜੇ ਤੋਂ ਕੀਤੀ ਜਾਣ ਵਾਲੀ ਹਰ ਗੱਲ ਅਤੇ ਮੰਗ ਇਹ ਕਹਿ ਕੇ ਟਾਲ ਦਿੱਤੀ ਜਾਂਦੀ ਕਿ ਇਸ ਨਾਲ ਫਿਰਕੂ ਤੰਗ ਨਜ਼ਰੀ ਦੀਆਂ ਰੁਚੀਆਂ ਨੂੰ ਸ਼ਹਿ ਮਿਲਦੀ ਹੈ, ਜੋ ਕਿ ਸਰਬ ਸਾਂਝੀ ਭਾਰਤੀ ਕੌਮ ਦੀ ਉਸਾਰੀ ਲਈ ਬਹੁਤ ਹੀ ਨੁਕਸਾਨਦੇਹ ਹੈ। ਸਰਦਾਰ ਪਟੇਲ ਨੇ 30 ਦਸੰਬਰ 1948 ਨੂੰ ਸਰਦਾਰ ਬਲਦੇਵ ਸਿੰਘ ਨੂੰ ਲਿਖੇ ਆਪਣੇ ਪੱਤਰ ਅੰਦਰ ਡਾਂਟ ਭਰੀ ਭਾਸ਼ਾ ਵਿੱਚ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਹੁਣ ਜਦ ਪਾਕਿਸਤਾਨ ਬਣ ਚੁੱਕਾ ਹੈ ਤਾਂ ਉਹ ਘੱਟ ਗਿਣਤੀ ਧਾਰਮਿਕ ਵਰਗਾਂ ਨੂੰ ਰਿਜ਼ਰਵੇਸ਼ਨ ਵਰਗੀਆਂ ਰਿਆਇਤਾਂ ਦੇ ਕੇ ਸੰਵਿਧਾਨ ਦੀ ਸ਼ਕਲ ਨਹੀਂ ਵਿਗਾੜਨਾ ਚਾਹੁੰਦੇ। ਪੰਜਾਬੀ ਸੂਬੇ ਦੀ ਮੰਗ ਨੂੰ ਕਦੇ ਤਾਂ ਫਿਰਕੂ ਕਹਿ ਕੇ ਭੰਡਿਆ ਤੇ ਠੁਕਰਾਇਆ ਜਾਂਦਾ ਰਿਹਾ ਅਤੇ ਜਦ ਅਕਾਲੀ ਆਗੂ ਕਾਂਗਰਸੀ ਹਾਕਮਾਂ ਦੀ ਇਸ ਊਂਚ ਦਾ ਪਰਦਾਫਾਸ਼ ਕਰਕੇ ਭਾਰਤੀ ਸੂਬੇ ਦੀ ਮੰਗ ਨੂੰ ਸੈਕੂਲਰ ਸਾਬਤ ਕਰਨ ਦਾ ਯਤਨ ਕਰਦੇ ਤਾਂ ਇਸ ਨਾਲ ਦੇਸ਼ ਦੀ ਏਕਤਾ ਤੇ ਸੁਰੱਖਿਆ ਨੂੰ ਖਤਰੇ ਦੀ ਫਰੇਬੀ ਦੁਹਾਈ ਪੁੱਟ ਦਿੱਤੀ ਜਾਂਦੀ। ਅਕਾਲੀ ਆਗੂ ਆਪਣੀਆਂ ਸੈਂਕੜੇ ਦਲੀਲਾਂ, ਹਜ਼ਾਰਾਂ ਸਫਾਈਆਂ ਤੇ ਲੱਖਾਂ ਦੁਹਾਈਆਂ ਨਾਲ ਵੀ ਕਾਂਗਰਸੀ ਹਾਕਮਾਂ ਦੀ ਇਸ ਸਿਧਾਂਤਕ ਮੋਰਚਾਬੰਦੀ ਨੂੰ ਭੰਨਣ ਵਿੱਚ ਕਾਮਯਾਬ ਨਾ ਹੋ ਸਕੇ। ਹੋ ਵੀ ਨਹੀਂ ਸਨ ਸਕਦੇ
ਕਿਉਂਕਿ ਵਿਰੋਧੀ ਨੂੰ ਉਸ ਦੇ ਹੀ ਸਭ ਤੋਂ ਵੱਧ ਸ਼ਕਤੀਸ਼ਾਲੀ ਵਿਚਾਰਧਾਰਕ ਹਥਿਆਰ ਨਾਲ ਢਾਉਣ ਦੀ ਕੋਸ਼ਿਸ਼ ਦਾ ਨਤੀਜਾ ਸਵੈ ਨਾਸ਼ਕਾਰੀ ਹੀ ਹੋ ਸਕਦਾ ਹੈ ਅਤੇ ਅਕਾਲੀ ਆਗੂਆਂ ਦੇ ਮਾਮਲੇ 'ਚ ਅਜਿਹਾ ਹੀ ਹੋਇਆ। ਬਹੁ ਗਿਣਤੀ ਅਤੇ ਉਹ ਵੀ ਇੱਕ ਹੰਕਾਰੀ ਹੋਈ ਫਿਰਕੂ ਬਹੁ ਗਿਣਤੀ ਦੇ ਰਾਜ ਹੇਠ ਘੱਟ ਗਿਣਤੀ ਧਾਰਮਿਕ ਭਾਈਚਾਰਾ ਆਪਣੇ ਆਪ ਨੂੰ ਫਿਰਕਾ ਪ੍ਰਸਤੀ ਦੇ ਦੋਸ਼ ਤੋਂ ਬਚਾਉਣ ਵਿੱਚ ਕਦਾਚਿਤ ਸਫਲ ਨਹੀਂ ਹੋ ਸਕਦਾ। ਸਿਰਫ ਇੱਕ ਹਾਲਤ ਵਿੱਚ ਹੀ ਹੋ ਸਕਦਾ ਹੈ ਕਿ ਉਹ ਆਪਣੀ ਵੱਖਰੀ ਪਛਾਣ ਕਾਇਮ ਰੱਖਣ ਦੀ ਪੋਜੀਸ਼ਨ ਅਤੇ ਚਿੰਤਾ ਦਾ ਤਿਆਗ ਕਰਕੇ ਬਹੁਗਿਣਤੀ ਵਰਗ ਵਿੱਚ ਅਭੇਦ ਹੋ ਜਾਵੇ। ਜੇਕਰ ਕਿਸੇ ਘੱਟ ਗਿਣਤੀ ਭਾਈਚਾਰੇ ਨੇ ਫਿਰਕੂ ਬਹੁਗਿਣਤੀ ਦੇ ਰਾਜ ਹੇਠ ਆਪਣੀ ਵੱਖਰੀ ਪਛਾਣ ਕਾਇਮ ਰੱਖਣੀ ਹੈ ਤਾਂ ਉਹ ਬਹੁਗਿਣਤੀ ਵਿਰੁੱਧ ਉਸ ਦੇ ਹੀ ਸਿਧਾਂਤਕ ਪੈਂਤੜੇ ਤੇ ਖੜ ਕੇ ਉਸ ਦੇ ਹੀ ਹਥਿਆਰਾਂ ਨਾਲ ਲੜਾਈ ਨਹੀਂ ਲੜ ਸਕਦਾ। ਇਹ ਲੜਾਈ ਉਸ ਨੂੰ ਆਪਣੇ ਹੀ ਸਿਧਾਂਤਕ ਆਧਾਰ ਤੇ ਖੜ ਕੇ ਆਪਣੇ ਹੀ ਹਥਿਆਰਾਂ ਨਾਲ ਲੜਨੀ ਪੈਂਦੀ ਹੈ। ਬਹੁਗਿਣਤੀ ਵਰਗ ਘੱਟ ਗਿਣਤੀ ਭਾਈਚਾਰੇ ਦੀ ਹਰ ਉਮੰਗ ਅਤੇ ਮੰਗ ਉੱਤੇ ਜਦ ਜੀ ਚਾਹੇ ਆਸਾਨੀ ਨਾਲ ਫਿਰਕੂਪੁਣੇ ਦਾ ਠੱਪਾ ਲਾ ਸਕਦਾ ਹੈ। ਘੱਟ ਗਿਣਤੀ ਭਾਈਚਾਰਾ ਜੇਕਰ ਬਹੁਗਿਣਤੀ ਅੱਗੇ ਮੁਕੰਮਲ ਤੌਰ ਤੇ ਨਾ ਕਿ ਅਸ਼ੰਕ ਰੂਪ 'ਚ ਲਿਫਣ ਲਈ ਅਤੇ ਉਸ ਦੀ ਪੂਰਨ ਰੂਪ ਵਿੱਚ ਨਾ ਕਿ ਅਸ਼ੰਕ ਰੂਪ ਵਿੱਚ ਈਨ ਮੰਨਣ ਲਈ ਤਿਆਰ ਨਹੀਂ ਹੋ ਜਾਂਦਾ ਤਾਂ ਉਹ ਲੱਖ ਯਤਨ ਕੀਤਿਆਂ ਵੀ ਇਸ ਇਲਜ਼ਾਮ ਤੋਂ ਆਪਣੀ ਰੱਖਿਆ ਨਹੀਂ ਕਰ ਸਕਦਾ। ਬਹੁ ਗਿਣਤੀ ਦੇ ਸਿਧਾਂਤਕ ਪੈਂਤੜੇ ਨਾਲੋਂ ਨਿਖੇੜੇ ਦੀ ਦੋ ਟੁਕ ਲਕੀਰ ਖਿੱਚ ਕੇ ਆਪਣਾ ਵੱਖਰਾ ਸਿਧਾਂਤਕ ਪੈਂਤੜਾ ਉਭਾਰ ਕੇ ਹੀ ਉਹ ਆਪਣੇ ਹਿੱਤਾਂ ਦੀ ਕਾਰਗਰ ਢੰਗ ਨਾਲ ਰਾਖੀ ਕਰ ਸਕਦਾ ਹੈ। ਇਸ ਸੰਦਰਭ ਵਿੱਚ ਦੇਖਿਆਂ ਅਕਾਲੀ ਲੀਡਰਸ਼ਿਪ ਨੂੰ ਕੁੱਲ ਤੋਂ ਪਹਿਲਾਂ ਕਾਂਗਰਸੀ ਆਗੂਆਂ ਦੇ ਧਰਮ ਨਿਰਪੱਖਤਾ ਦੇ ਸਿਧਾਂਤ ਦਾ ਦੰਭ ਨੰਗਾ ਕਰਨ ਅਤੇ ਇਸ ਸੰਕਲਪ ਨੂੰ ਮੁਕੰਮਲ ਤੌਰ ਤੇ ਰੱਦ ਕਰਨ ਦੀ ਸਿਧਾਂਤਕ ਪੋਜੀਸ਼ਨ ਲੈਣੀ ਚਾਹੀਦੀ ਸੀ। ਕਾਂਗਰਸੀ ਆਗੂਆਂ ਵੱਲੋਂ ਫਿਰਕਾ ਪ੍ਰਸਤੀ ਦੀ ਟਰਮ ਨੂੰ ਜਿਨ੍ਹਾਂ ਅਰਥਾਂ ਵਿੱਚ ਵਰਤਿਆ ਜਾ ਰਿਹਾ ਸੀ ਅਤੇ ਅੱਜ ਵੀ ਵਰਤਿਆ ਜਾ ਰਿਹਾ ਹੈ ਉਸ ਦਾ ਪੂਰੀ ਦ੍ਰਿੜਤਾ ਦੇ ਨਾਲ ਅਤੇ ਧੜੱਲੇ ਨਾਲ ਵਿਰੋਧ ਕਰਨਾ ਬਣਦਾ ਸੀ। ਇਸ ਮਸਲੇ ਉੱਤੇ ਅਕਾਲੀ ਆਗੂਆਂ ਚੋਂ ਮਾਸਟਰ ਤਾਰਾ ਸਿੰਘ ਅਤੇ ਸਿੱਖ ਵਿਦਵਾਨਾਂ ਚੋਂ ਸਰਦਾਰ ਕਪੂਰ ਸਿੰਘ ਨੇ ਹੀ ਹਿੰਦੂ ਆਗੂਆਂ ਨੂੰ ਸਿੰਘਾਂ ਤੋਂ ਫੜਨ ਦੀ ਜੁਰਤ ਭਰੀ ਕੋਸ਼ਿਸ਼ ਕੀਤੀ। ਭਾਵੇਂ ਮਾਸਟਰ ਤਾਰਾ ਸਿੰਘ ਜੀ ਦੀ ਪੋਜੀਸ਼ਨ ਅੰਦਰ ਉਸ ਦੇ ਆਮ ਚਰਿੱਤਰ ਮੁਤਾਬਕ ਸਿਧਾਂਤਕ ਪਕਿਆਈ ਨਾਲੋਂ ਭਾਵੁਕਤਾ ਦਾ ਅੰਸ਼ ਵੱਧ ਭਾਰੂ ਸੀ, ਪਰ ਫਿਰ ਵੀ ਉਸ ਦੇ ਹੇਠ ਦਿੱਤੇ ਕਥਨਾਂ ਚੋਂ ਉਸ ਵੱਲੋਂ ਹਿੰਦੂ ਫਿਰਕਾ ਪ੍ਰਸਤੀ ਨੂੰ ਕੋਈ ਰਿਆਇਤ ਨਾ ਦੇਣ ਅਤੇ ਇਸ ਖਿਲਾਫ ਦ੍ਰਿੜ ਸੰਘਰਸ਼ ਕਰਨ ਦੀ ਰੁਚੀ ਸਾਫ਼ ਝਲਕਦੀ ਹੈ। ਦਸੰਬਰ 1949 ਵਿੱਚ ਪੰਜਾਬੀ ਸੂਬੇ ਬਾਰੇ ਗੱਲ ਕਰਦਿਆਂ ਉਸਨੇ ਕਰਾਰ ਭਰੇ ਲਹਿਜੇ 'ਚ ਖੁੱਲ੍ਹ ਕੇ ਇਹ ਗੱਲ ਆਖੀ ਕਿ ਮੈਂ ਹਿੰਦੂ ਗੁਲਾਮੀ ਤੋਂ ਬਚਣਾ ਹੈ ਕਿਉਂਕਿ ਹਿੰਦੂ ਕੱਟੜ ਫਿਰਕੂ ਹਨ। ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਐਸਾ ਹਿੰਦੂ ਮੈਂ ਇੱਕ ਵੀ ਨਹੀਂ ਜਾਣਦਾ ਜੋ ਫਿਰਕੂ ਨਾ ਹੋਵੇ ਤੇ ਨਾ ਕੌਮੀ ਅਖਵਾਉਂਦਾ ਹੋਵੇ। ਮੈਨੂੰ ਫਿਰਕੂ ਅਖਵਾਉਣ ਤੋਂ ਕੋਈ ਡਰ ਨਹੀਂ ਲੱਗਦਾ, ਪਰ ਕੌਮੀ ਅਖਵਾਉਣ ਤੋਂ ਜ਼ਰੂਰ ਡਰ ਲੱਗਦਾ ਹੈ ਕਿਉਂਕਿ ਇਹ ਲਫ਼ਜ਼ ਦੇ ਨਾਲ ਫਿਰਕੂਪੁਣੇ ਨਾਲ ਪਖੰਡ ਰਲ ਜਾਂਦਾ ਹੈ। ਜੇ ਹਿੰਦੂ ਭਰਾਵਾਂ ਨੂੰ ਪਸੰਦ ਹੈ ਤਾਂ ਮੇਰੇ ਮੱਥੇ ਉੱਤੇ ਪੱਕਾ ਫਿਰਕੂ ਲਿਖ ਕੇ ਲਾ ਦੇਣ, ਪਰ ਮੇਰੀ ਮੰਗ ਮੰਨ ਲੈਣ ਕਿਉਂਕਿ ਮੈਂ ਹਿੰਦੂ ਗਲਬੇ ਹੇਠ ਨਹੀਂ ਰਹਿਣਾ। ਅਕਾਲੀ ਆਗੂਆਂ ਤੇ ਲੱਗ ਰਹੇ ਫਿਰਕੂਪੁਣੇ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਸ ਕਿਹਾ, ਬਹੁਸੰਮਤੀ ਦੀ ਫਿਰਕੇਦਾਰੀ ਗਲਬਾ ਪਾਉਣ ਲਈ ਇੱਛਾ ਮਾਰੂ ਹੁੰਦੀ ਹੈ, ਘੱਟ ਗਿਣਤੀ ਦੀ ਫਿਰਕੇਦਾਰੀ ਬਚਾਓ ਲਈ ਹੁੰਦੀ ਹੈ। ਬਹੁ ਗਿਣਤੀ ਦੀ ਫਿਰਕੇਦਾਰੀ ਤਲਵਾਰ ਵਾਂਗ ਹੈ,
ਜਦ ਤੱਕ ਤਲਵਾਰ ਵਾਲਾ ਆਪਣੀ ਤਲਵਾਰ ਨਹੀਂ ਛੱਡਦਾ, ਢਾਲ ਵਾਲੇ ਨੂੰ ਆਪਣੀ ਢਾਲ ਨਹੀਂ ਛੱਡਣੀ ਚਾਹੀਦੀ ਤੇ ਨਾ ਉਸ ਨੂੰ ਢਾਲ ਛੱਡਣ ਲਈ ਕਹਿਣਾ ਹੀ ਚਾਹੀਦਾ ਹੈ। ਅਮਨ ਤੇ ਸਭਿਅਤਾ ਦਾ ਤਰੀਕਾ ਇਹੋ ਹੀ ਹੈ ਕਿ ਤਲਵਾਰ ਵਾਲੇ ਤੋਂ ਤਲਵਾਰ ਛੁਡਾਈ ਜਾਵੇ ਤੇ ਪਿੱਛੋਂ ਢਾਲ ਵਾਲਾ ਤਾਂ ਆਪੇ ਹੀ ਢਾਲ ਛੱਡ ਦੇਵੇਗਾ। ਸਾਰੀ ਦੁਨੀਆ ਵਿੱਚ ਅੱਜ ਤੱਕ ਤਾਂ ਇਹੋ ਕਿਹਾ ਜਾਂਦਾ ਰਿਹਾ ਹੈ ਕਿ ਬਹੁ ਸੰਮਤੀ ਘੱਟ ਸੰਮਤੀ ਦਾ ਭਰੋਸਾ ਲਵੇ। ਅੱਜ ਕੇਵਲ ਇਸ ਨਕਲੀ ਸੈਕੂਲਰ ਸਟੇਟ ਵਿੱਚ ਸੁਣਨ ਵਿੱਚ ਆਉਣ ਲੱਗ ਪਿਆ ਹੈ ਕਿ ਘੱਟ ਸੰਮਤੀ ਬਹੁ ਸੰਮਤੀ ਦਾ ਭਰੋਸਾ ਲਵੇ, ਜਿਸ ਦਾ ਮਤਲਬ ਹੈ ਕਿ ਘੱਟ ਗਿਣਤੀਆਂ ਬਹੁ ਗਿਣਤੀਆਂ ਦੀ ਖੁਸ਼ਾਮਦ ਕਰਨ। ਬਹੁ ਸੰਮਤੀ ਦਾ ਤਾਂ ਭਰੋਸਾ ਜਿੱਤ ਸਕਦੀ ਹੈ ਆਪਣੀ ਵਡੱਤਣ ਨਾਲ ਤੇ ਘੱਟ ਸੰਮਤੀ ਆਪਣੀ ਖੁਸ਼ਾਮਦ ਨਾਲ। ਪਰ ਮੈਂ ਆਪਣੀ ਬਹੁ ਗਿਣਤੀ ਦੇ ਹੰਕਾਰੇ ਹੋਏ ਭਰਾਵਾਂ ਨੂੰ ਕਹਾਂਗਾ ਕਿ ਸਿੱਖ ਕੌਮ ਤੋਂ ਖੁਸ਼ਾਮਦ ਦੀ ਆਸ ਛੱਡ ਦੇਣ। ਅਕਾਲੀ ਲੀਡਰਸ਼ਿਪ ਚੋਂ ਹੋਰ ਕਿਸੇ ਕੋਲ ਇੰਨੇ ਕਰਾਰੇ ਤੇ ਧੜੱਲੇ ਨਾਲ ਗੱਲ ਕਰਨ ਦੀ ਸਮਰੱਥਾ ਤੇ ਹੌਸਲਾ ਨਹੀਂ ਸੀ। ਮਾਸਟਰ ਤਾਰਾ ਸਿੰਘ ਤੋਂ ਬਾਅਦ ਜੋ ਨਵੀਂ ਅਕਾਲੀ ਲੀਡਰਸ਼ਿਪ ਸਾਹਮਣੇ ਆਈ, ਉਹ ਜੁਰਤ ਤੇ ਸੂਝ ਸਮਰੱਥਾ ਦੋਨਾਂ ਹੀ ਪੱਖਾਂ ਤੋਂ ਕਿਤੇ ਵੱਧ ਗਈ ਗੁਜ਼ਰੀ ਸਾਬਤ ਹੋਈ। ਸੈਕੂਲਰਿਜ਼ਮ ਦੇ ਹਥੌੜੇ ਨਾਲੋਂ ਭਾਰਤੀ ਕੌਮਵਾਦ ਦੇ ਵਿਧਾਨ ਦੀ ਸੱਟ ਕਿਤੇ ਵੱਧ ਕੰਗਰੋੜ ਭਨਵੀਂ ਹੈ। ਇਹੀ ਉਹ ਨੁਕਤਾ ਹੈ ਜਿਸ ਤੇ ਸਿੱਖ ਲੀਡਰਸ਼ਿਪ ਨੇ ਹਿੰਦੂ ਆਗੂਆਂ ਹੱਥੋਂ ਵਾਰ-ਵਾਰ ਮਾਰ ਅਤੇ ਮਾਤ ਖਾਧੀ ਹੈ ਅਤੇ ਉਹਨਾਂ ਆਪਣੀ ਸਿਰਫ ਇਸ ਕੇਂਦਰੀ ਕਮਜ਼ੋਰੀ ਦੀ ਵਜ੍ਹਾ ਕਰਕੇ ਕਿੰਨੀਆਂ ਹੀ ਜਿੱਤੀਆਂ ਹੋਈਆਂ ਬਾਜ਼ੀਆਂ ਹਾਰੀਆਂ ਹਨ। ਅੰਗਰੇਜ਼ੀ ਮੁਹਾਵਰੇ 'ਚ ਗੱਲ ਕਰਨੀ ਹੋਵੇ ਤਾਂ ਇਹ ਸਿੱਖ ਲੀਡਰਸ਼ਿਪ ਦਾ ਅਜਿਹਾ ਮਰਮ ਸਥਲ ਹੈ ਜਿੱਥੇ ਹਿੰਦੂ ਹਾਕਮ ਜਦ ਜੀ ਚਾਹੇ ਸੱਟ ਮਾਰ ਕੇ ਉਸ ਨੂੰ ਚੌਫਾਲ ਮੁੱਦਾ ਸੁੱਟ ਲੈਂਦੇ ਹਨ। ਅਸੀਂ ਪਹਿਲਾਂ ਹੀ ਇਹ ਗੱਲ ਨਿਤਾਰ ਚੁੱਕੇ ਹਾਂ ਕਿ ਇੱਕ ਸਵੈ ਚੇਤਨ ਕੌਮੀ ਭਾਈਚਾਰੇ ਦੇ ਮੈਂਬਰਾਂ ਲਈ ਪਹਿਲੀ ਵਫਾਦਾਰੀ ਦਾ ਸਵਾਲ ਨਹੀਂ ਉੱਠਣਾ ਚਾਹੀਦਾ। ਉਹਨਾਂ ਦੀ ਪਹਿਲੀ ਵਫਾਦਾਰੀ ਆਪਣੇ ਕੌਮੀ ਭਾਈਚਾਰੇ ਨਾਲ ਹੀ ਹੋ ਸਕਦੀ ਹੈ ਤੇ ਹੋਣੀ ਚਾਹੀਦੀ ਹੈ। ਇਹ ਕੌਮਵਾਦ ਦਾ ਇੱਕ ਬਹੁਤ ਹੀ ਵਡਮੁੱਲਾ ਤੇ ਮੁੱਢਲਾ ਸਬਕ ਤੇ ਸਰਬ ਪ੍ਰਵਾਨਿਤ ਅਸੂਲ ਹੈ। ਆਪਣੀ ਕੌਮ ਨਾਲ ਵਫਾਦਾਰੀ ਦਾ ਸੁੱਤੇ ਸਿੱਧ ਅਰਥ ਹੋਰਨਾਂ ਨਾਲ ਦੁਸ਼ਮਣੀ ਜਾਂ ਸ਼ਰੀਕਾ ਪਾਲਣਾ ਨਹੀਂ ਹੁੰਦਾ। ਹੋਰਨਾਂ ਨਾਲ ਰਿਸ਼ਤੇ ਦੇ ਮਾਮਲੇ 'ਚ ਕੌਮਾਂ ਦੇ ਆਪਸੀ ਸਬੰਧਾਂ ਤੇ ਨਿਯਮ ਲਾਗੂ ਹੁੰਦੇ ਹਨ। ਕੌਮਾਂ ਦੇ ਆਪਸੀ ਰਿਸ਼ਤੇ ਆਪਸੀ ਹਿੱਤਾਂ ਨੂੰ ਮੁੱਖ ਰੱਖ ਕੇ ਤੈਅ ਕੀਤੇ ਜਾਂਦੇ ਹਨ। ਇਸ ਵਿੱਚ ਇਤਿਹਾਸ ਤੋਂ ਲੈ ਕੇ ਭੂਗੋਲ ਤੱਕ, ਰਾਜਨੀਤੀ ਤੋਂ ਲੈ ਕੇ ਅਰਥਚਾਰੇ ਤੱਕ ਕਈ ਫੈਕਟਰ ਕੰਮ ਕਰਦੇ ਹਨ ਜਾਂ ਕਈ ਫੈਕਟਰ ਆ ਜਾਂਦੇ ਹਨ। ਜੇ ਕੋਈ ਵੱਡੀ ਕੌਮ ਕਿਸੇ ਛੋਟੇ ਕੌਮੀ ਭਾਈਚਾਰੇ ਕੋਲੋਂ ਇਹ ਮੰਗ ਕਰੇ ਕਿ ਉਹ ਆਪਣੇ ਕੌਮੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਦੀ ਥਾਂ ਵੱਡੀ ਕੌਮ ਦੇ ਹਿੱਤਾਂ ਨੂੰ ਪ੍ਰਮੁੱਖ ਰੱਖ ਕੇ ਚੱਲੇ, ਜਾਂ ਉਸ ਨੂੰ ਅਜਿਹੀ ਪੜਤ ਪੜ੍ਹਾਏ ਕਿ ਵੱਡੀ ਕੌਮ ਦੇ ਹਿੱਤ ਹੀ ਕੌਮੀ ਹਿੱਤ ਹੁੰਦੇ ਹਨ ਅਤੇ ਛੋਟੀ ਕੌਮ ਦੇ ਹਿੱਤਾਂ ਨੂੰ ਹਮੇਸ਼ਾ ਤੇ ਹਰ ਸੂਰਤ ਵਿੱਚ ਵੱਡੀ ਕੌਮ ਦੇ ਮਤਹਿਤ ਰੱਖਿਆ ਜਾਣਾ ਚਾਹੀਦਾ ਹੈ, ਤਾਂ ਉਹ ਬਿਨਾਂ ਸ਼ੱਕ ਦੂਸਰੇ ਕੌਮੀ ਭਾਈਚਾਰੇ ਦੇ ਆਜ਼ਾਦੀ ਨਾਲ ਜਿਉਣ ਦੇ ਹੱਕ ਉੱਤੇ ਧਾੜਾ ਮਾਰ ਰਹੀ ਹੁੰਦੀ ਹੈ। ਹਿੰਦੂ ਹਾਕਮ ਸਿੱਖ ਲੀਡਰਸ਼ਿਪ ਅੱਗੇ ਅਕਸਰ ਇਹ ਸਵਾਲ ਖੜਾ ਕਰਦੇ ਆ ਰਹੇ ਹਨ ਕਿ ਉਸ ਦੀ ਪਹਿਲੀ ਵਫਾਦਾਰੀ ਕਿਸ ਨਾਲ ਹੈ, ਦੇਸ਼ ਨਾਲ ਜਾਂ ਆਪਣੇ ਭਾਈਚਾਰੇ ਅਥਵਾ ਪੰਥ ਨਾਲ। ਸਿੱਖ ਲੀਡਰਸ਼ਿਪ ਦਾ ਹਮੇਸ਼ਾ ਇੱਕੋ ਜਵਾਬ ਰਿਹਾ ਹੈ ਕਿ ਨਾ ਸਿਰਫ ਉਸ ਦੀ ਸਗੋਂ ਸਮੁੱਚੇ ਸਿੱਖ ਭਾਈਚਾਰੇ ਦੀ ਪਹਿਲੀ ਵਫਾਦਾਰੀ ਬਿਨਾਂ ਸ਼ੱਕ ਅਤੇ ਬਿਨਾਂ ਸ਼ਰਤ ਦੇਸ਼ ਨਾਲ ਹੈ। ਜੇ ਮੇਰੀ ਰਾਏ ਪੁੱਛੋ ਤੇ ਮੇਰੀ ਤੇ ਪਊ ਪੰਜਾਬ ਨਾਲ, ਆਪਣੇ ਪੰਥ ਨਾਲ। ਸਿੱਖ ਲੀਡਰਸ਼ਿਪ ਦਾ ਇਹ ਲਗਾਤਾਰ ਇਤਰਾਜ਼ ਰਿਹਾ ਹੈ ਕਿ ਸਿੱਖ ਭਾਈਚਾਰੇ ਦੀ ਦੇਸ਼ ਭਗਤੀ ਅਥਵਾ ਦੇਸ਼ ਪ੍ਰਤੀ ਵਫਾਦਾਰੀ ਬਾਰੇ
ਸ਼ੱਕ ਹੀ ਕਿਉਂ ਕੀਤਾ ਜਾਂਦਾ ਹੈ? ਇਹ ਸਿੱਖ ਲੀਡਰਸ਼ਿਪ ਅੰਦਰ ਅਤੇ ਆਮ ਕਰਕੇ ਸਮੁੱਚੇ ਸਿੱਖ ਭਾਈਚਾਰੇ ਅੰਦਰ ਕੌਮੀ ਚੇਤਨਾ ਦੀ ਘਾਟ ਦਾ ਹੀ ਨਤੀਜਾ ਹੈ ਕਿ ਉਸ ਨੇ ਅਜੇ ਤੱਕ ਕੌਮਵਾਦ ਦਾ ਇਹ ਕੁੱਲ ਤੋਂ ਮੁੱਢਲਾ ਸਬਕ ਹੀ ਗ੍ਰਹਿਣ ਨਹੀਂ ਕੀਤਾ ਕਿ ਉਸ ਲਈ ਦੇਸ਼ ਨਾਲੋਂ ਪੰਥ ਦਾ ਮਰਤਬਾ ਕਿਤੇ ਉੱਚਾ ਹੈ। ਮਾਸਟਰ ਤਾਰਾ ਸਿੰਘ ਨੇ ਇਸ ਮਸਲੇ ਤੇ ਇੱਕ ਵਾਰ ਅਤੇ ਸਿਰਫ ਇੱਕ ਹੀ ਵਾਰ ਦਰੁਸਤ ਪੋਜੀਸ਼ਨ ਲੈਂਦਿਆਂ ਹੋਇਆਂ ਇਹ ਗੱਲ ਆਖੀ ਸੀ ਕਿ ਮੇਰਾ ਦੇਸ਼ ਉਹ ਹੈ ਜਿੱਥੇ ਮੇਰਾ ਪੰਥ ਵਸਦਾ ਹੈ। ਪੰਥ ਦੀ ਖਾਤਰ ਮੈਂ ਦੇਸ਼ ਛੱਡਣ ਨੂੰ ਤਿਆਰ ਹਾਂ, ਦੇਸ਼ ਦੀ ਖਾਤਰ ਪੰਥ ਛੱਡਣ ਨੂੰ ਤਿਆਰ ਨਹੀਂ ਹਾਂ। ਇਹ ਗੱਲ ਪੱਕੀ ਸਮਝੋ ਕਿ ਮੇਰੇ ਲਈ ਪਹਿਲਾਂ, ਦੂਜਾ, ਤੀਜਾ ਸਭ ਕੁਝ ਪੰਥ ਹੀ ਹੈ। ਦੇਸ਼ ਤਾਂ ਮੇਰਾ ਹਿੰਦੁਸਤਾਨ ਤਦ ਹੀ ਹੈ ਜੇ ਪੰਥ ਇਸ ਵਿੱਚ ਵਸਦਾ ਹੈ। ਇਸ ਨੂੰ ਮਾਸਟਰ ਤਾਰਾ ਸਿੰਘ ਦੀ ਕੋਈ ਬਾਕਾਇਦਾ ਸੋਚੀ ਵਿਚਾਰੀ ਸਿਧਾਂਤਕ ਪੋਜੀਸ਼ਨ ਸਮਝ ਬੈਠਣ ਦਾ ਟਪਲਾ ਨਹੀਂ ਖਾਣਾ ਚਾਹੀਦਾ। 1965 ਵਿੱਚ ਇਹ ਉਸ ਦੇ ਮੂੰਹੋਂ ਨਿਕਲੀ ਇੱਕ ਭਾਵਨਾਤਮਕ ਹੂਕ ਸੀ ਜੋ ਇਹ ਦਰਸਾਉਂਦੀ ਹੈ ਕਿ ਉਹ ਹਿੰਦੂ ਹਾਕਮਾਂ ਦੀਆਂ ਘਿਨਾਉਣੀਆਂ ਸਿੱਖ ਦੁਸ਼ਮਣ ਕੁਚਾਲਾਂ ਤੋਂ ਕਿਸ ਹੱਦ ਤੱਕ ਦੁਖੀ ਹੋ ਚੁੱਕਾ ਸੀ। ਮਾਸਟਰ ਤਾਰਾ ਸਿੰਘ ਦੇ ਬਿਆਨਾਂ, ਕਥਨਾਂ, ਭਾਸ਼ਣਾਂ ਤੇ ਲਿਖਤਾਂ 'ਚੋਂ ਅਜਿਹੀਆਂ ਅਣਗਿਣਤ ਉਦਾਹਰਣਾਂ ਮਿਲਦੀਆਂ ਹਨ ਜਿਨ੍ਹਾਂ 'ਚੋਂ ਪੰਥ, ਦੇਸ਼ ਅਤੇ ਕੌਮ ਦੇ ਆਪਸੀ ਰਿਸ਼ਤੇ ਬਾਰੇ ਉਸ ਦੀ ਗੰਧਲੀ ਤੇ ਗਲਤ ਸਮਝ ਦੀ ਬਹੁਤ ਹੀ ਬੇਸੁਆਦੀ ਤਸਵੀਰ ਉੱਭਰਦੀ ਹੈ। ਮਿਸਾਲ ਦੇ ਤੌਰ ਤੇ ਅਕਤੂਬਰ 1953 ਵਿੱਚ ਪੰਥ ਦੇ ਨਾਂ ਜਾਰੀ ਕੀਤੇ ਇੱਕ ਸੰਦੇਸ਼ ਵਿੱਚ ਉਸਨੇ ਪੰਥ ਭਗਤੀ ਤੇ ਦੇਸ਼ ਭਗਤੀ ਦੇ ਆਪਸੀ ਰਿਸ਼ਤੇ ਨੂੰ ਉਲਟੇ ਰੋਕ ਖੜਾ ਕਰ ਦਿੱਤਾ। ਉਸ ਕਿਹਾ, ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਵਿਰੁੱਧ ਤੁਅੱਸਬ, ਸ਼ੱਕ ਤੇ ਸਾਨੂੰ ਕੁਚਲਣ ਦੀ ਇੱਛਾ ਛੱਡ ਦੇਵੇ। ਬਾਕੀ ਮੰਗਾਂ ਤੇ ਇਹ ਵੀ ਛੇਤੀ ਪੂਰੀਆਂ ਕਰੇ ਤਾਂ ਕਿ ਅਸੀਂ ਆਪਣਾ ਪੂਰਾ ਧਿਆਨ ਦੇਸ਼ ਦੀ ਸੇਵਾ ਤੇ ਦੇਸ਼ ਦੀ ਰੱਖਿਆ ਵੱਲ ਦੇ ਸਕੀਏ। ਦੇਸ਼, ਧਰਮ ਤੇ ਕੌਮ ਦੀ ਰੱਖਿਆ ਮੁੱਖ ਗੱਲ ਹੈ ਤੇ ਇਸ ਮੁੱਖ ਗੱਲ ਨੂੰ ਹਰ ਵੇਲੇ ਮੁੱਖ ਰੱਖਿਆ ਜਾਵੇਗਾ। ਜੇ ਦੇਸ਼, ਕੌਮ ਤੇ ਧਰਮ ਡਿੱਗ ਪਏ ਤਾਂ ਸਿੱਖ ਧਰਮ ਤੇ ਸਿੱਖ ਪੰਥ ਵੀ ਵਿੱਚੇ ਗਏ। ਇੱਥੇ ਮਾਸਟਰ ਜੀ ਪ੍ਰਤੱਖ ਤੌਰ ਤੇ ਸਿੱਖ ਕੌਮ ਪ੍ਰਸਤੀ ਦੀ ਬਜਾਏ ਹਿੰਦੂ ਕੌਮ ਪ੍ਰਸਤੀ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ। ਉਹ ਨਾ ਸਿਰਫ ਭਾਰਤ ਦੀ ਰੱਖਿਆ ਨੂੰ ਆਪਣਾ ਪਹਿਲਾ ਫਰਜ਼ ਸਮਝਦੇ ਹਨ, ਸਗੋਂ ਹਿੰਦੂ ਕੌਮ ਤੇ ਹਿੰਦੂ ਧਰਮ ਦੀ ਰੱਖਿਆ ਨੂੰ ਪੰਥ ਭਗਤੀ ਨਾਲੋਂ ਉੱਚਾ ਦਰਜਾ ਦੇਣ ਦੀ ਸਮਝ ਉਭਾਰਦੇ ਹਨ। ਇਹ ਕਹਿਣਾ ਕਿ ਦੇਸ਼, ਧਰਮ ਤੇ ਕੌਮ ਦੀ ਰੱਖਿਆ ਮੁੱਖ ਗੱਲ ਹੈ, ਇਸ ਮੁੱਖ ਗੱਲ ਨੂੰ ਹਰ ਵੇਲੇ ਮੁੱਖ ਰੱਖਿਆ ਜਾਵੇਗਾ, ਨੰਗੇ ਰੂਪ ਵਿੱਚ ਹਿੰਦੂ ਕੌਮ ਪ੍ਰਸਤਾਂ ਦੀ ਬੋਲੀ ਬੋਲਣਾ ਹੈ। ਕਿ ਇਹ ਹੈਰਾਨੀ ਦੀ ਗੱਲ ਨਹੀਂ ਕਿ ਸਿੱਖ ਕੌਮ ਦੀ ਸਿਰਮੌਰ ਹਸਤੀ ਵੱਲੋਂ ਆਪਣੇ ਪਰਮ ਅਰਥਾਤ ਸਿੱਖ ਧਰਮ ਦੀ ਰੱਖਿਆ ਨੂੰ ਆਪਣਾ ਪ੍ਰਮੁੱਖ ਫਰਜ਼ ਸਮਝਣ ਦੀ ਬਜਾਏ ਉਹ ਧਰਮ ਜੋ ਉਸ ਦੇ ਆਪਣੇ ਹੀ ਸ਼ਬਦਾਂ 'ਚ ਸਿੱਖ ਧਰਮ ਨੂੰ ਹੜੱਪ ਕਰਨਾ ਚਾਹੁੰਦਾ ਹੈ ਦੀ ਰੱਖਿਆ ਨੂੰ ਆਪਣਾ ਸਭ ਤੋਂ ਉਚੇਰਾ ਧਰਮ ਸਮਝਿਆ ਜਾ ਰਿਹਾ ਹੈ। ਇੱਕ ਐਸਾ ਅਜੀਬੋ ਗਰੀਬ ਤਰਕ ਹੈ ਕਿ ਇੱਕ ਪਾਸੇ ਸਿੱਖ ਪੰਥ ਨੂੰ ਹਿੰਦੂਆਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਦਾ ਮੈਦਾਨ ਗਰਮਾਉਣ ਦੇ ਸੱਦੇ ਦਿੱਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਾਲ ਹੀ ਇਸ ਨੂੰ ਹਿੰਦੂਆਂ ਦੇ ਧਰਮ ਤੇ ਕੌਮ ਦੀ ਰੱਖਿਆ ਲਈ ਮਰ ਮਿਟਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ। ਆਪਣੀ ਸਵੈ ਵਿਰੋਧੀ ਪੋਜੀਸ਼ਨ ਨੂੰ ਵਾਜਬ ਠਹਿਰਾਉਣ ਲਈ ਮਾਸਟਰ ਜੀ ਆਪਣੇ ਉਸੇ ਸੰਦੇਸ਼ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ ਕੁਰਬਾਨੀ ਦੀ ਮਿਸਾਲ ਦਿੰਦੇ ਹਨ। ਇੱਥੇ ਉਹ ਦੋਹਰਾ ਗੁਨਾਹ ਕਰ ਰਹੇ ਹਨ। ਇੱਕ ਤਾਂ ਉਹ ਸਿੱਖ ਕੌਮ ਨੂੰ ਪੁੱਠੀ ਮੱਤ ਦੇ ਰਹੇ ਹਨ, ਦੂਜਾ ਜਾਂ ਤਾਂ ਆਪਣੀ ਅਗਿਆਨਤਾ ਕਰਕੇ ਅਤੇ ਜਾਂ ਆਪਣੀ ਗਲਤ ਪੋਜੀਸ਼ਨ ਨੂੰ ਦਰੁਸਤ ਸਾਬਤ ਕਰਨ ਦੇ ਜੋਸ਼ ਵਿੱਚ ਉਹ ਇਤਿਹਾਸ ਦੀ ਅਸਲੋਂ ਹੀ ਗਲਤ ਵਿਆਖਿਆ ਕਰ ਰਹੇ ਹਨ। ਇਹ ਕਹਿਣਾ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ, ਸਿੱਖ ਧਰਮ ਬਾਰੇ ਹਿੰਦੂਵਾਦੀ ਸਮਝ ਦਾ ਢੰਡੋਰਾ ਪਿੱਟਣਾ ਹੈ। ਹਿੰਦੂ ਵਰਗ ਦੇ ਬੌਧਿਕ ਰਹਿਬਰਾਂ ਵੱਲੋਂ ਸਿੱਖ ਵਿਚਾਰਧਾਰਾ ਦੇ ਬ੍ਰਾਹਮਣਵਾਦ ਨਾਲ
ਬੁਨਿਆਦੀ ਵਖਰੇਵੇਂ ਤੇ ਵਿਰੋਧਾਂ ਉੱਤੇ ਝੂਠ ਦਾ ਪਰਦਾ ਤਾਨਣ ਦੀ ਨੀਤ ਨਾਲ ਮੁੱਢ ਤੋਂ ਹੀ ਇਹ ਕਿਹਾ ਤੇ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਸਿੱਖ ਧਰਮ ਦੀ ਸਥਾਪਨਾ ਹੀ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਖਾਸ ਤੌਰ ਤੇ ਇਸ ਧਾਰਨਾ ਦੇ ਪੱਖ 'ਚ ਭੁਗਤਾਇਆ ਜਾਂਦਾ ਹੈ। ਹਿੰਦੂ ਵਰਗ ਦੇ ਬੌਧਿਕ ਬੁਲਾਰਿਆਂ ਵੱਲੋਂ ਅਜਿਹਾ ਕਰਨਾ ਸਾਫ਼ ਸਮਝ ਪੈਂਦਾ ਹੈ, ਪਰ ਸਿੱਖ ਧਰਮ ਦੀ ਇਸ ਹਿੰਦੂਵਾਦੀ ਵਿਆਖਿਆ ਨਾਲ ਹਿੰਦੂਵਾਦ ਨਾਲੋਂ ਸਿੱਖ ਧਰਮ ਦੀ ਅੱਡਰੀ ਪਛਾਣ ਦੇ ਦਾਅਵੇ ਦਾ ਆਪਣੇ ਆਪ ਖੰਡਨ ਹੋ ਜਾਂਦਾ ਹੈ। ਇਸ ਭਾਗ ਦੇ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।